ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਦੇ ਹਵਾਈ ਅੱਡਿਆਂ ਵਿੱਚ ਕੋਵਿਡ ਟੈਸਟ 19 ਤੋਂ। ਪਰਮਾਣੂ ਸਮਝੌਤੇ ਤੇ ਈਰਾਨ ਦਾ ਹਮੇਸ਼ਾ ਇੰਤਜ਼ਾਰ ਨਹੀਂ ਕਰਾਂਗੇ, ਰਾਸ਼ਟਰਪਤੀ ਜੋ ਬਾਈਡਨ ਦਾ ਬਿਆਨ। ਖਸ਼ੋਗੀ ਦਾ ਜ਼ਿਕਰ ਕੀਤੇ ਜਾਣ ਦੇ ਸੰਬੰਧ ਵਿੱਚ ਵਚਨਬੱਧਤਾ ਜ਼ਾਹਿਰ ਨਹੀਂ ਕਰ ਸਕਦਾ, ਰਾਸ਼ਟਰਪਤੀ ਬਾਈਡਨ ਬੋਲੇ। ਸਰੀ ਵਿੱਚ ਕੈਨੇਡਾ ਦੀ ਨਾਮਵਰ ਸਿੱਖ ਸ਼ਖਸੀਅਤ ਰਿਪੂ ਦਮਨ ਸਿੰਘ ਮਲਿਕ ਦੀ ਗੋਲੀ ਮਾਰ ਕੇ ਹੱਤਿਆ। ਅਮਰੀਕਾ, UAE ਤੇ ਇਜ਼ਰਾਈਲ ਦੀ ਮਦਦ ਨਾਲ ਭਾਰਤ ਵਿੱਚ $2 ਬਿਲੀਅਨ ਦੇ ਨਿਵੇਸ਼ ਨਾਲ ਬਣਾਏ ਜਾਣਗੇ ਕਈ ਫੂਡ ਪਾਰਕ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਕੈਨੇਡਾ ਦੇ ਪ੍ਰਮੁੱਖ ਅੰਤਰਰਾਸ਼ਟਰੀ ਹਵਾਈ ਅੱਡਿਆਂ ਅੰਦਰ ਪਹੁੰਚਣ ਵਾਲੇ ਮੁਸਾਫਰਾਂ ਲਈ ਕੋਵਿਡ-19 ਟੈਸਟ ਕਰਵਾਉਣਾ ਇੱਕ ਵਾਰ ਫਿਰ ਲਾਗੂ ਕੀਤਾ ਜਾ ਰਿਹਾ। ਕੈਨੇਡਾ ਸਰਕਾਰ ਦੇ ਤਾਜ਼ਾ ਫੈਸਲੇ ਅਨੁਸਾਰ ਵੈਨਕੂਵਰ, ਕੈਲਗਰੀ, ਮੌਂਟਰੀਅਲ ਅਤੇ ਟੋਰਾਂਟੋ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿੱਚ ਵਿਦੇਸ਼ਾਂ ਤੋਂ ਪੁੱਜਣ ਵਾਲੇ 94 ਮੁਸਾਫਰਾਂ ਦੇ ਕੋਰੋਨਾ ਵਾਇਰਸ ਟੈਸਟ ਕੀਤੇ ਜਾਇਆ ਕਰਨਗੇ, ਜਿਸ ਦੀ ਵਿਵਸਥਾ ਹਵਾਈ ਅੱਡੇ ਤੋਂ ਬਾਹਰ ਹੋਏਗੀ। ਮੁਸਾਫਿਰਾਂ ਨੂੰ ਟੈਸਟ ਦਾ ਸਮਾਂ ਦਿੱਤਾ ਜਾਇਆ ਕਰੇਗਾ ਜਾਂ ਇੱਕ ਕਿੱਟ ਦਿੱਤੀ ਜਾਇਆ ਕਰੇਗੀ, ਜਿਸ ਨਾਲ ਉਹ ਘਰ ਜਾ ਕੇ ਆਨਲਾਈਨ ਹਦਾਇਤਾਂ ਮੁਤਾਬਕ ਆਪਣਾ ਟੈਸਟ ਆਪ ਕਰ ਸਕਿਆ ਕਰਨਗੇ। ਇਹ ਵੀ ਕਿ ਵੈਕਸੀਨ ਦੇ ਟੀਕੇ ਨਾ ਲੱਗੇ ਹੋਣ ਤਾਂ ਵਿਦੇਸ਼ਾਂ ਤੋਂ ਕੈਨੇਡਾ ਜਾਣ ਵਾਲੇ ਜਹਾਜ਼ ਵਿੱਚ ਸਵਾਰ ਨਹੀਂ ਹੋਇਆ ਜਾ ਸਕਦਾ, ਪਰ ਵੈਕਸੀਨ ਦੇ ਟੀਕੇ ਲਗਵਾ ਚੁੱਕੇ ਮੁਸਾਫਰਾਂ ਵੀ ਕੈਨੇਡਾ ਪਹੁੰਚ ਕੇ ਟੈਸਟ ਕੀਤੇ ਜਾ ਸਕਦੇ ਨੇ। ਇਹ ਫੈਸਲਾ 19 ਜੁਲਾਈ ਤੋਂ ਲਾਗੂ ਹੋਏਗਾ। ਹਵਾਈ ਅੱਡਿਆਂ ਅੰਦਰ ਮੁਸਾਫਰਾਂ ਦੀ ਵੱਡੀ ਭੀੜ ਦੇ ਹਾਲਤ ਦੇ ਮੱਦੇਨਜ਼ਰ ਟੈਸਟ ਕਰਨੇ ਬੀਤੇ 11 ਜੂਨ ਨੂੰ ਰੋਕ ਦਿੱਤੇ ਗਏ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਪਟੜੀ ਤੋਂ ਉਤਰੇ ਪਰਮਾਣੂ ਸਮਝੌਤੇ ਲਈ ਈਰਾਨ ਦਾ ਹਮੇਸ਼ਾ ਇੰਤਜ਼ਾਰ ਨਹੀਂ ਕਰੇਗਾ। ਬਾਈਡਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜ਼ਰੂਰਤ ਪੈਣ ਤੇ ਉਹ ਈਰਾਨ ਤੇ ਤਾਕਤ ਦੀ ਵਰਤੋਂ ਨੂੰ ਅੰਤਿਮ ਉਪਾਅ ਦੇ ਤੌਰ ਤੇ ਰੱਖਣਾ ਚਾਹੇਗਾ। ਉਹਨਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯਾਪਰ ਲਾਪਿਡ ਨਾਲ ਹੋਈ ਗੱਲਬਾਤ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਮਰੀਕਾ ਨੇ ਈਰਾਨ ਅਗਵਾਈ ਲਈ ਪਰਮਾਣੂ ਸਮਝੌਤੇ ਤੇ ਵਾਪਸ ਪਰਤਣ ਦਾ ਮਾਰਗ ਤਿਆਰ ਕੀਤਾ ਤੇ ਹੁਣ ਉਹਨਾਂ ਨੂੰ ਜਵਾਬ ਦੀ ਉਡੀਕ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਈਰਾਨ ਨੂੰ ਲੈ ਕੇ ਉਹਨਾਂ ਦਾ ਸਬਰ ਖਤਮ ਹੋ ਰਿਹਾ। ਹਾਲਾਂਕਿ ਉਹਨਾਂ ਨੇ ਉਮੀਦ ਜਤਾਈ ਹੈ ਕਿ ਈਰਾਨ ਨੂੰ ਸਮਝੌਤੇ ਨੂੰ ਮੰਨਣ ਲਈ ਮਨਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਨਤੀਜੇ ਤੱਕ ਪਹੁੰਚਣ ਲਈ ਕੂਟਨੀਤੀ ਸਭ ਤੋਂ ਵਧੀਆ ਤਰੀਕਾ ਹੈ। ਬਾਈਡਨ ਦਾ ਕੂਟਨੀਤੀ ਮਾਰਗ ਲਾਪਿਡ ਦੇ ਵਿਚਾਰਾਂ ਨਾਲ ਮੇਲ ਖਾਂਦਾ ਨਹੀਂ ਦਿਖਾਈ ਦਿੰਦਾ, ਜਿਨ੍ਹਾਂ ਨੇ ਕਿਹਾ ਸੀ ਕਿ ਈਰਾਨ ਨੂੰ ਪਰਮਾਣੂ ਇੱਛਾਵਾਂ ਤਿਆਗਣ ਲਈ ਤਾਕਤ ਦਾ ਡਰ ਦਿਖਾਇਆ ਜਾਣਾ ਚਾਹੀਦਾ। ਲਾਪਿਡ ਨੇ ਪੱਤਰਕਾਰਾਂ ਨੂੰ ਕਿਹਾ ਕਿ ਈਰਾਨ ਸ਼ਾਸਨ ਨੂੰ ਜਾਣਨਾ ਚਾਹੀਦਾ ਹੈ ਕਿ ਜੇਕਰ ਉਹ ਦੁਨੀਆ ਨੂੰ ਧੋਖਾ ਦੇਣਾ ਜਾਰੀ ਰੱਖਦੇ ਨੇ ਤਾਂ ਉਹਨਾਂ ਨੂੰ ਉਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ। ਉਹਨਾਂ ਨੂੰ ਰੋਕਣਾ ਨਾ ਸਿਰਫ ਇੱਕ ਰਸਤਾ ਹੈ, ਸਗੋਂ ਉਹਨਾਂ ਨੂੰ ਫੌਜ ਦਾ ਡਰ ਦਿਖਾਓ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹ ਇਸ ਸੰਬੰਧ ਵਿੱਚ ਕੋਈ ਵਚਨਬੱਧਤਾ ਜ਼ਾਹਿਰ ਨਹੀਂ ਕਰ ਸਕਦੇ ਕਿ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਹੋਣ ਵਾਲੀ ਮੁਲਾਕਾਤ ਦੌਰਾਨ ਉਹ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਦਾ ਜ਼ਿਕਰ ਨਹੀਂ ਕਰਨਗੇ। ਬਾਈਡਨ ਨੇ ਵੀਰਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯਾਇਰ ਲਾਪਿਦ ਨਾਲ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੈਂ ਹਮੇਸ਼ਾ ਮਨੁੱਖੀ ਅਧਿਕਾਰਾਂ ਨੂੰ ਸਾਹਮਣੇ ਰੱਖਦਾ ਹਾਂ। ਉਹਨਾਂ ਨੇ ਕਿਹਾ ਕਿ ਪਰ ਖਸ਼ੋਗੀ ਦੇ ਮੇਰਾ ਰੁਖ ਸਪਸ਼ਟ ਹੈ। ਜੇਕਰ ਕੋਈ ਇਸ ਨੂੰ ਸਾਊਦੀ ਅਰਬ ਜਾਂ ਕਿਤੇ ਹੋਰ ਨਹੀਂ ਸਮਝਦਾ ਤਾਂ ਉਹ ਮੈਨੂੰ ਨਹੀਂ ਪਛਾਣਦੇ ਨੇ। ਬਾਈਡਨ ਨੇ ਕਿਹਾ ਕਿ ਸਾਊਦੀ ਅਰਬ ਦੀ ਉਹਨਾਂ ਦੀ ਯਾਤਰਾ ਦਾ ਉਦੇਸ਼ ਵਿਆਪਕ ਹੈ। ਉਹ ਖਾੜੀ ਸਹਿਯੋਗ ਪਰਿਸ਼ਦ ਦੇ ਇੱਕ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਨੇ, ਜਿਸ ਵਿੱਚ ਕਈ ਅਰਬ ਦੇਸ਼ ਸ਼ਾਮਲ ਨੇ। ਬਾਈਡਨ ਨੇ ਕਿਹਾ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਖੇਤਰ ਵਿੱਚ ਅਗਵਾਈ ਕਰਨਾ ਜਾਰੀ ਰੱਖ ਸਕਦੇ ਹਾਂ। ਜ਼ਿਕਰਯੋਗ ਹੈ ਕਿ ਖਸ਼ੋਗੀ ਸਾਊਦੀ ਸ਼ਾਸਨ ਦੇ ਆਲੋਚਕ ਸਨ ਜੋ ਵਾਸ਼ਿੰਗਟਨ ਪੋਸਟ ਵਿੱਚ ਕੰਮ ਕਰਦੇ ਸਨ। ਸਾਲ 2018 ਵਿੱਚ ਇਸਤਾਂਬੁਲ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। BC ਕੈਨੇਡਾ ਦੀ ਨਾਮਵਰ ਸਿੱਖ ਸ਼ਖਸੀਅਤ ਰਿਪੂ ਦਮਨ ਸਿੰਘ ਮਲਿਕ ਦੀ ਵੀਰਵਾਰ ਸਵੇਰੇ ਸਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਮੰਦਭਾਗੀ ਘਟਨਾ ਸਵੇਰੇ 9:26 ਤੇ 128 ਸਟਰੀਟ ਦੇ 8200 ਬਲਾਕ ਵਿੱਚ ਵਾਪਰੀ। ਸੂਚਨਾ ਮਿਲਣ ਤੇ ਪੁਲਿਸ ਘਟਨਾ ਸਥਾਨ ਤੇ ਪਹੁੰਚੀ ਅਤੇ ਜ਼ਖਮੀ ਹਾਲਤ ਪਏ ਸਰਦਾਰ ਮਲਿਕ ਨੂੰ ਮੁੱਢਲੀ ਸਹਾਇਤਾ ਦਿੱਤੀ, ਪਰ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਸਰੀ RCMP ਅਨੁਸਾਰ ਦਾ ਮੰਨਣਾ ਹੈ ਕਿ ਮਿੱਥ ਨੇ ਕਈ ਗੋਲੀਬਾਰੀ ਦੀ ਘਟਨਾ ਹੈ। ਇਸ ਘਟਨਾ ਤੋਂ ਥੋੜੀ ਦੇਰ ਬਾਅਦ ਕਥਿਤ ਕਾਤਲ ਵੱਲੋਂ ਵਰਤੀ ਗਈ ਸ਼ੱਕੀ ਕਾਰ 82 ਐਵਨਿਊ ਦੇ 12200 ਬਲਾਕ ਵਿੱਚ ਅੱਗ ਦੀ ਲਪੇਟ ਵਿੱਚ ਆਈ ਵੇਖੀ ਗਈ। ਜਾਂਚ ਅਜੇ ਮੁੱਢਲੇ ਪੜਾਅ ਵਿੱਚ ਹੈ ਤੇ ਪੁਲਿਸ ਸ਼ੱਕੀ ਵਿਅਕਤੀ ਅਤੇ ਉਸ ਵੱਲੋਂ ਵਰਤੀ ਗਈ ਦੂਜੀ ਕਾਰ ਦੀ ਦੇਖਭਾਲ ਕਰ ਰਹੀ ਹੈ। ਗੋਲੀਬਾਰੀ ਤੋਂ ਤੁਰੰਤ ਬਾਅਦ ਮੌਕੇ ਦਾ ਦੌਰਾ ਕਰਨ ਵਾਲੇ ਸੂਤਰਾਂ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਬੰਦੂਕਧਾਰੀ ਦਾ ਮੂੰਹ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ਅਤੇ ਉਸ ਦੇ ਦੋਵਾਂ ਹੱਥਾਂ ਵਿੱਚ ਬੰਦੂਕ ਸੀ ਜਿੱਥੇ ਇਹ ਘਟਨਾ ਵਾਪਰੀ।
ਸਰਦਾਰ ਮਲਿਕ ਦਾ ਉੱਥੇ ਆਪਣਾ ਕਾਰੋਬਾਰੀ ਦਫ਼ਤਰ ਸੀ ਅਤੇ ਉਹ ਹਰ ਰੋਜ਼ ਇਸ ਦਫ਼ਤਰ ਵਿੱਚ ਆਉਂਦੇ ਸਨ। ਇਸ ਕਾਰੋਬਾਰੀ ਪਲਾਜ਼ੇ ਵਿੱਚ ਉਹਨਾਂ ਦੇ ਕੱਪੜੇ ਦੇ ਇੰਪੋਰਟ ਐਕਸਪੋਰਟ ਦੇ ਵੱਡੇ ਸਟੋਰ ਸਨ। ਜ਼ਿਕਰਯੋਗ ਹੈ ਕਿ ਰਿਪੂ ਦਮਨ ਸਿੰਘ ਮਲਿਕ ਖਾਲਸਾ ਕ੍ਰੈਡਿਟ ਯੂਨੀਅਨ ਦੇ ਬਾਨੀ ਸਨ। ਉਹਨਾਂ ਵੱਲੋਂ 1986 ਤੋਂ ਖਾਲਸਾ ਸਕੂਲ ਚਲਾ ਰਹੇ ਸਨ। ਸਤਨਾਮ ਐਜੂਕੇਸ਼ਨ ਸੁਸਾਇਟੀ ਆਫ BC ਕੈਨੇਡਾ ਦੇ ਚੇਅਰਮੈਨ ਸਨ ਅਤੇ ਬਹੁਤ ਵੱਡੇ ਬਿਜ਼ਨਸਮੈਨ ਸਨ। 75 ਵਰਿਆਂ ਦੇ ਰਿਪੂ ਦਮਨ ਸਿੰਘ ਮਲਿਕ ਦਾ ਜਨਮ ਫਿਰੋਜ਼ਪੁਰ ਵਿਖੇ 1947 ਵਿੱਚ ਹੋਇਆ ਸੀ। 1972 ਵਿੱਚ ਉਹ ਕੈਨੇਡਾ ਆ ਗਏ ਅਤੇ ਟੈਕਸੀ ਚਾਲਕ ਤੋਂ ਜ਼ਿੰਦਗੀ ਸ਼ੁਰੂ ਕਰਕੇ ਉਹ ਇਸ ਉੱਚੇ ਮੁਕਾਮ ਤੇ ਪਹੁੰਚੇ ਸਨ। ਉਹ ਆਪਣੇ ਪਿੱਛੇ ਧਰਮ ਪਤਨੀ, 4 ਪੁੱਤਰ ਅਤੇ 1 ਧੀ ਛੱਡ ਗਏ ਨੇ। ਭਾਰਤ, ਇਜ਼ਰਾਈਲ, ਸੰਯੁਕਤ ਅਰਬ ਅਮੀਰਾਤ ਅਤੇ ਸੰਯੁਕਤ ਰਾਜ ਅਮਰੀਕਾ ਦਾ ਇੱਕ ਨਵਾਂ I2U2 ਇੱਕ ਪ੍ਰੋਜੈਕਟ ਦੀ ਅਗਵਾਈ ਕਰ ਰਿਹਾ ਜੋ ਭਾਰਤ ਵਿੱਚ ਖੇਤੀਬਾੜੀ ਦੇ ਲੈਂਡਸਕੇਪ ਨੂੰ ਬਦਲ ਸਕਦਾ ਹੈ। ਇਸ ਤਹਿਤ UAE ਭਾਰਤ ਵਿੱਚ ਖੇਤੀਬਾੜੀ ਫੂਡ ਪਾਰਕ ਬਣਾਉਣ ਲਈ $2 ਬਿਲੀਅਨ ਮਤਲਬ 15,980 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਇਹਨਾਂ ਫੂਡ ਪਾਰਕਾਂ ਵਿੱਚ ਇਜ਼ਰਾਈਲੀ ਤਕਨੀਕੀ ਦੀ ਵਰਤੋਂ ਕੀਤੀ ਜਾਏਗੀ। ਇਹ ਫੈਸਲਾ PM ਮੋਦੀ ਸਮੇਤ 4 ਦੇਸ਼ਾਂ ਦੇ ਸਿਖਰਲੇ ਨੇਤਾਵਾਂ ਦੀ ਵਰਚੁਅਲ ਮੀਟਿੰਗ ਵਿੱਚ ਲਿਆ ਜਾਣਾ ਹੈ। ਇਹ ਮੁਲਾਕਾਤ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪੱਛਮੀ ਏਸ਼ੀਆ ਦੇ ਦੌਰੇ ਤੇ ਨੇ। ਬੈਠਕ ਵਿੱਚ PM ਮੋਦੀ ਨਾਲ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯੇਰ ਲਾਪਿਡ ਅਤੇ UAE ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਿਆਨ ਸ਼ਾਮਲ ਹੋਏ। ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਖੇਤਰ ਵਿੱਚ ਅਮਰੀਕੀ ਰਾਸ਼ਟਰਪਤੀ ਦਾ ਪਹਿਲਾ ਦੌਰਾ ਹੈ। I2U2 ਸੰਮੇਲਨ ਵਿੱਚ ਮੌਜੂਦਾ ਖੁਰਾਕ ਸੁਰੱਖਿਆ ਚੁਣੌਤੀ ਤੇ ਚਰਚਾ ਕੀਤੀ ਜਾਣੀ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਸੰਮੇਲਨ ਵਿੱਚ ਖੁਰਾਕ ਸੁਰੱਖਿਆ ਚੁਣੌਤੀ ਤੇ ਚਰਚਾ ਹੋਣੀ ਹੈ ਤੇ $2 ਬਿਲੀਅਨ ਦੇ ਉਸ ਪ੍ਰੋਜੈਕਟ ਤੇ ਵੀ ਗੱਲਬਾਤ ਹੋਏਗੀ ਜਿਸ ਲਈ UAE ਪੈਸਾ ਦੇ ਰਿਹਾ। ਇਸ ਤੋਂ ਇਲਾਵਾ ਹੋਰ ਵੀ ਕਈ ਕਦਮਾਂ ਦਾ ਐਲਾਨ ਚੁੱਕਿਆ ਗਿਆ। ਇਜ਼ਰਾਈਲ ਇਸ ਪਾਰਕ ਲਈ ਆਪਣੀ ਬਹੁਤ ਸਫਲ ਤਕਨੀਕ ਸਾਂਝੀ ਕਰੇਗਾ। ਇਸ ਤੋਂ ਇਲਾਵਾ ਅਮਰੀਕਾ ਦਾ ਪ੍ਰਾਈਵੇਟ ਸੈਕਟਰ ਵੀ ਇਸ ਪ੍ਰੋਜੈਕਟ ਨੂੰ ਸਹਿਯੋਗ ਦੇਵੇਗਾ। ਬੈਠਕ ਸ਼ੁਰੂ ਹੋਣ ਤੋਂ ਪਹਿਲਾਂ 4 ਦੇਸ਼ਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ, ਭਾਰਤ, ਇਜ਼ਰਾਈਲ, ਸੰਯੁਕਤ ਅਰਬ ਅਮੀਰਾਤ, ਅਮਰੀਕਾ ਨੇ ਪਹਿਲਾਂ I2U2 ਸਮੂਹ ਨੇਤਾਵਾਂ ਦੀ ਬੈਠਕ ਲਈ ਸਾਂਝੇ ਨਿਵੇਸ਼ ਅਤੇ ਪਾਣੀ, ਊਰਜਾ, ਆਵਾਜਾਈ, ਪੁਲਾੜ, ਸਿਹਤ ਅਤੇ ਭੋਜਨ ਸੁਰੱਖਿਆ ਵਿੱਚ ਨਵੀਆਂ ਪਹਿਲ ਕਦਮੀਆਂ ਤੇ ਵਿਸ਼ੇਸ਼ ਜ਼ੋਰ ਦੇਣ ਲਈ ਕਿਹਾ ਗਿਆ। ਇਹ ਗੱਠਜੋੜ ਨਿੱਜੀ ਖੇਤਰ ਦੀ ਪੂੰਜੀ ਜਟਾਉਣ ਲਈ ਵੀ ਬਹੁਤ ਪ੍ਰਭਾਵਸ਼ਾਲੀ ਹੋਏਗਾ। ਤੁਹਾਨੂੰ ਦੱਸ ਦਈਏ ਕਿ ਭਾਰਤ, ਇਜ਼ਰਾਈਲ, UAE ਅਤੇ ਅਮਰੀਕਾ I2U2 ਦੇ ਨਾਮ ਨਾਲ ਜਾਣੇ ਜਾਂਦੇ 4 ਦੇਸ਼ਾਂ ਦਾ ਸਮੂਹ ਹੈ। ਇਸ ਵਿੱਚ I ਦਾ ਅਰਥ ਹੈ ਭਾਰਤ ਅਤੇ ਇਜ਼ਰਾਈਲ ਅਤੇ U ਦਾ ਅਰਥ ਹੈ ਅਮਰੀਕਾ ਤੇ ਸੰਯੁਕਤ ਅਰਬ ਅਮੀਰਾਤ। ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਵੀਰਵਾਰ ਨੂੰ ਰੂਸ ਤੋਂ S-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਲਈ ਭਾਰਤ ਨੂੰ ਪਾਬੰਦੀਆਂ ਤੋਂ ਵਿਸ਼ੇਸ਼ ਛੋਟ ਦੇਣ ਵਾਲੀ ਸੋਧਿਆ ਬਿੱਲ ਪਾਸ ਕਰ ਦਿੱਤਾ। ਭਾਰਤੀ ਅਮਰੀਕੀ ਸੰਸਦ ਮੈਂਬਰ ਰੌਕ ਖੰਨਾ ਦੁਆਰਾ ਪੇਸ਼ ਕੀਤੇ ਗਏ ਸੋਧੇ ਹੋਏ ਬਿੱਲ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਤੋਂ ਭਾਰਤ ਨੂੰ ਚੀਨ ਵਰਗੇ ਹਮਲਾਵਰ ਰੁਖ ਵਾਲੇ ਦੇਸ਼ ਨੂੰ ਰੋਕਣ ਵਿੱਚ ਮਦਦ ਕਰਨ ਲਈ ਕਾਊਂਟਰਿੰਗ ਅਮਰੀਕਾਜ਼ ਐਡਵਾਈਜ਼ਰੀ ਥਰੂ ਸੈਕਸ਼ਨ ਐਕਟ ਦੇਸ਼ ਛੋੜ ਦਿਵਾਉਣ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ ਗਈ ਹੈ। ਨੈਸ਼ਨਲ ਡਿਫੈਂਸ ਆਥੋਰਾਈਜ਼ੇਸ਼ਨ ਐਕਟ ਤੇ ਸਦਨ ਵਿੱਚ ਚਰਚਾ ਦੌਰਾਨ ਵੀਰਵਾਰ ਨੂੰ ਸੋਧੇ ਹੋਏ ਬਿੱਲ ਨੂੰ ਆਵਾਜ਼ੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਖੰਨਾ ਨੇ ਕਿਹਾ ਕਿ ਚੀਨ ਦੇ ਵੱਧਦੇ ਹਮਲਾਵਰ ਰੁਖ ਦੇ ਮੱਦੇਨਜ਼ਰ ਅਮਰੀਕਾ ਨੂੰ ਭਾਰਤ ਨਾਲ ਖੜਾ ਹੋਣਾ ਚਾਹੀਦਾ ਹੈ। ਇੰਡੀਆ ਕਾਕਸ ਦੇ ਉਪ ਪ੍ਰਧਾਨ ਵਜੋਂ ਮੈਂ ਸਾਡੇ ਦੇਸ਼ਾਂ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹਾਂ ਕਿ ਭਾਰਤ ਚੀਨ ਸਰਹੱਦ ਤੇ ਭਾਰਤ ਆਪਣੀ ਰੱਖਿਆ ਕਰ ਸਕੇ। ਮੈਨੂੰ ਇਹ ਦੇਖ ਕੇ ਮਾਣ ਮਹਿਸੂਸ ਹੋ ਰਿਹਾ ਕਿ ਦੋਵੇਂ ਪਾਰਟੀਆਂ ਦੇ ਸਮਰਥਨ ਨਾਲ ਪਾਸ ਹੋਇਆ। ਸਦਨ ਵਿੱਚ ਆਪਣੀ ਟਿੱਪਣੀ ਵਿੱਚ ਖੰਨਾ ਨੇ ਕਿਹਾ ਕਿ ਅਮਰੀਕਾ ਦੇ ਰਣਨੀਤਿਕ ਹਿੱਤ ਵਿੱਚ ਅਮਰੀਕਾ ਭਾਰਤ ਸਾਂਝੇਦਾਰੀ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਬਿੱਲ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਜ ਭਾਰਤ ਪਹਿਲ ਕਦਮੀ ਔਨ ਕ੍ਰਿਟੀਕਲ ਐਂਡ ਐਮਰਜੈਂਸਿੰਗ ਟੈਕਨੋਲੋਜੀ ਇੱਕ ਸਵਾਗਤਯੋਗ ਅਤੇ ਜ਼ਰੂਰੀ ਕਦਮ ਹੈ ਜੋ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਕਾਦਮਿਕ ਅਤੇ ਉਦਯੋਗ ਵਿਚਕਾਰ ਨਜ਼ਦੀਕੀ ਸਾਂਝੇਦਾਰੀ ਨੂੰ ਵਿਕਸਿਤ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਕੁਆਂਟਸ ਵਿੱਚ ਨਵੀਨਤਮ ਤਰੱਕੀ ਨੂੰ ਅਪਣਾਉਣ ਲਈ ਹੈ ਤਾਂ ਜੋ ਕੰਪਿਊਟਿੰਗ, ਬਾਇਓਟੈਕਨੋਲੋਜੀ, 에ਅਰਸਪੇਸ ਅਤੇ ਸੈਮੀਕੰਡਕਟਰ ਨਿਰਮਾਣ ਕੀਤਾ ਜਾ ਸਕੇ। ਇਸ ਵਿੱਚ ਕਿਹਾ ਗਿਆ ਹੈ ਕਿ ਇੰਜੀਨੀਅਰ ਅਤੇ ਕੰਪਿਊਟਰ ਵਿਗਿਆਨੀਆਂ ਵਿਚਕਾਰ ਅਜਿਹੀ ਭਾਈਵਾਲੀ ਇਹ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ ਕਿ ਅਮਰੀਕਾ ਤੇ ਭਾਰਤ ਦੇ ਨਾਲ-ਨਾਲ ਦੁਨੀਆ ਭਰ ਦੇ ਹੋਰ ਲੋਕਤੰਤਰ ਨਵੀਨਤਾ ਅਤੇ ਤਕਨੀਕੀ ਤਰੱਕੀ ਨੂੰ ਉਤਸ਼ਾਹਿਤ ਕਰ ਸਕਦੇ ਨੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦੀ 73 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਡੋਨਾਲਡ ਟਰੰਪ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ। ਇਵਾਨਾ ਟਰੰਪ ਦਾ ਦੇਹਾਂਤ ਨਿਊਯਾਰਕ ਵਿੱਚ ਹੋਇਆ ਹੈ। ਉਹਨਾਂ ਨੇ ਡੋਨਾਲਡ ਟਰੰਪ ਨਾਲ ਸਾਲ 1970 ਵਿੱਚ ਵਿਆਹ ਕੀਤਾ ਸੀ। ਸਾਲ 1992 ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ। ਡੋਨਾਲਡ ਟਰੰਪ ਨੇ ਪਹਿਲੀ ਪਤਨੀ ਦੇ ਦੇਹਾਂਤ ਦੀ ਸੂਚਨਾ ਦਿੰਦੇ ਹੋਏ ਲਿਖਿਆ ਕਿ ਇਵਾਨਾ ਟਰੰਪ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਦੱਸਦੇ ਹੋਏ ਮੈਨੂੰ ਬਹੁਤ ਦੁੱਖ ਹੋ ਰਿਹਾ
ਕਿ ਉਹਨਾਂ ਦਾ ਨਿਊਯਾਰਕ ਸ਼ਹਿਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਇੱਕ ਅਦਭੁਤ ਅਤੇ ਸੁੰਦਰ ਔਰਤ ਸੀ ਜਿਨ੍ਹਾਂ ਨੇ ਇੱਕ ਪ੍ਰੇਰਨਾਦਾਇਕ ਜੀਵਨ ਬਤੀਤ ਕੀਤਾ। ਇਵਾਨਾ ਟਰੰਪ ਦੇ 3 ਬੱਚੇ ਡੋਨਾਲਡ ਜੂਨੀਅਰ, ਇਵਾਂਕਾ ਤੇ ਐਰਿਕ ਤੇ ਉਹਨਾਂ ਨੂੰ ਮਾਣ ਹੈ। ਸਾਨੂੰ ਵੀ ਇਵਾਨਾ ਟਰੰਪ ਤੇ ਮਾਣ ਹੈ। ਡੋਨਾਲਡ ਟਰੰਪ ਨਾਲ ਵਿਆਹ ਮਗਰੋਂ ਇਵਾਨਾ ਟਰੰਪ ਨੇ ਪਰਿਵਾਰਕ ਕਾਰੋਬਾਰ ਵਿੱਚ ਵੱਡੀ ਭੂਮਿਕਾ ਨਿਭਾਈ ਸੀ। US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਬਾਲਗਾਂ ਵਿੱਚ ਐਮਰਜੈਂਸੀ ਵਰਤੋਂ ਲਈ ਨੋਵਾਵੈਕਸ ਦੇ ਕੋਵਿਡ-19 ਟੀਕੇ ਨੂੰ ਅਧਿਕਾਰਤ ਕੀਤਾ ਹੈ। CNN ਦੇ ਅਨੁਸਾਰ ਇਹ US ਵਿੱਚ ਉਪਲਬਧ ਚੌਥੀ ਕੋਰੋਨਾ ਵਾਇਰਸ ਵੈਕਸੀਨ ਹੈ ਅਤੇ ਇਹ ਪਹਿਲਾਂ ਤੋਂ ਉਪਲਬਧ ਟੀਕਿਆਂ ਨਾਲੋਂ ਵੱਖਰੀ ਕਿਸਮ ਦੀ ਵੈਕਸੀਨ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ। ਨੋਵਾਵੈਕਸ ਦਾ ਟੀਕਾ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ 2 ਡੋਜ਼ ਪ੍ਰਾਇਮਰੀ ਸੀਰੀਜ਼ ਦੇ ਰੂਪ ਵਿੱਚ ਉਪਲਬਧ ਹੋਏਗਾ। FDA ਦੀ ਸੁਤੰਤਰ ਵੈਕਸੀਨ ਅਤੇ ਸੰਬੰਧਿਤ ਜੀਵ ਵਿਗਿਆਨ ਉਤਪਾਦ ਸਲਾਹਕਾਰ ਕਮੇਟੀ ਨੇ 7 ਜੂਨ ਨੂੰ ਵੈਕਸੀਨ ਨੂੰ ਅਧਿਕਾਰਤ ਕਰਨ ਦੇ ਹੱਕ ਵਿੱਚ ਵੋਟ ਦਿੱਤੀ। ਇਹ ਕਹਿੰਦੇ ਹੋਏ ਕਿ ਵੈਕਸੀਨ ਦੇ ਲਾਭ ਬਾਲਕਾਂ ਲਈ ਇਸ ਦੇ ਸੋਕਮਤ ਤੋਂ ਵੱਧ ਨੇ। ਇਸ ਦੀ ਵਰਤੋਂ 170 ਹੋਰ ਦੇਸ਼ਾਂ ਵਿੱਚ ਵੀ ਕੀਤੀ ਜਾ ਰਹੀ ਹੈ। ਟੀਕੇ ਉਦੋਂ ਤੱਕ ਨਹੀਂ ਦਿੱਤੇ ਜਾ ਸਕਦੇ ਜਦੋਂ ਤੱਕ US ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਸੁਤੰਤਰ ਵੈਕਸੀਨ ਸਲਾਹਕਾਰ ਇਸ ਗੱਲ ਤੇ ਤੋਲ ਨਹੀਂ ਕਰਦੇ ਕਿ ਵੈਕਸੀਨ ਦੀ ਸਿਫਾਰਿਸ਼ ਕਰਨੀ ਅਤੇ CDC ਡਾਇਰੈਕਟਰ ਨੇ ਸਿਫਾਰਿਸ਼ ਤੇ ਦਸਤਖਤ ਕਰ ਦਿੱਤੇ ਨੇ। ਟੀਕਾਕਰਨ ਅਭਿਆਸਾਂ ਬਾਰੇ CDC ਦੀ ਸਲਾਹਕਾਰ ਕਮੇਟੀ ਦੀ ਮੀਟਿੰਗ 19 ਜੁਲਾਈ ਨੂੰ ਹੋਣੀ ਹੈ। ਵਾਇਰਸ ਦੇ ਬਹੁਤ ਸਾਰੇ ਜ਼ਿਆਦਾ ਛੂਤ ਵਾਲੇ BA.5 ਫਾਰਮ ਕਾਰਨ ਇਸ ਸਮੇਂ ਅਮਰੀਕਾ ਵਿੱਚ ਲਾਗ ਦੇ ਮਾਮਲੇ ਵਧ ਰਹੇ ਨੇ। ਲਾਸ ਏਂਜਲਸ ਕਾਉਂਟੀ ਵਿੱਚ ਵੀ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲੇ ਵਧ ਰਹੇ ਨੇ। ਇਸ ਲਈ ਮਾਸਕ ਪਹਿਨਣਾ ਲਾਜ਼ਮੀ ਕਰਨਾ ਜ਼ਰੂਰੀ ਹੋ ਸਕਦਾ ਹੈ। ਕਾਉਂਟੀ ਹੈਲਥ ਡਾਇਰੈਕਟਰ ਬਾਰਬਰਾ ਫੈਰਰ ਨੇ ਇਸ ਹਫ਼ਤੇ ਕਿਹਾ ਕਿ ਜੇਕਰ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਬਰਕਰਾਰ ਰਹਿੰਦੀ ਹੈ ਤਾਂ ਮਾਸਕ ਲਾਜ਼ਮੀ ਹੋਣ ਦਾ ਨਿਰਦੇਸ਼ ਦਿੱਤਾ ਜਾ ਸਕਦਾ ਹੈ। ਇੱਥੇ ਕਰੀਬ 1 ਕਰੋੜ ਲੋਕ ਰਹਿੰਦੇ ਨੇ। BA.5 ਨਾਲ ਲਾਗ ਦੇ ਮਾਮਲੇ ਕੁੱਲ ਕੇਸਾਂ ਦੇ 65% ਨੇ ਅਤੇ BA.4 ਵੈਰੀਐਂਟ ਵਾਲੇ 16% ਲੋਕ ਸੰਕਰਮਿਤ ਨੇ। ਵਾਇਰਸ ਦੇ ਇਹ ਰੂਪ ਟੀਕੇ ਤੋਂ ਪ੍ਰਾਪਤ ਪ੍ਰਤੀਰੋਧਕ ਸ਼ਕਤੀ ਨੂੰ ਹਰਾ ਕੇ ਲੋਕਾਂ ਨੂੰ ਸੰਕਰਮਿਤ ਕਰ ਰਹੇ ਨੇ। ਹਾਲ ਹੀ ਦੇ ਹਫ਼ਤਿਆਂ ਵਿੱਚ ਨਵੇਂ ਓਮਿਕਰੌਨ ਫਾਰਮ ਨਾਲ ਸੰਕਰਮਿਤ ਲੋਕਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਗਿਣਤੀ ਫਿਰ ਵਧੀ ਹੈ ਤੇ ਵਾਈਟ ਹਾਊਸ ਰਾਜ ਅਤੇ ਸ਼ਹਿਰ ਦੇ ਪ੍ਰਸ਼ਾਸਨ ਨਾਲ ਇਸ ਨਾਲ ਨਜਿੱਠਣ ਲਈ ਨਵੇਂ ਕਦਮ ਚੁੱਕੇ ਜਾ ਰਹੇ ਨੇ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਚੇਤਾਵਨੀ ਬਹੁਤ ਦੇਰੀ ਨਾਲ ਦਿੱਤੀ ਗਈ ਸੀ। ਸਕ੍ਰਿਪਸ ਰਿਸਰਚ ਟ੍ਰਾਂਸਲੇਸ਼ਨ ਇੰਸਟੀਚਿਊਟ ਦੇ ਮੁਖੀ ਡਾਕਟਰ ਐਰਿਕ ਟੌਪਵੈਲ ਨੇ ਕਿਹਾ ਕਿ ਚੇਤਾਵਨੀ ਬਹੁਤ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ। ਅਮਰੀਕਾ ਦੇ ਸੂਬੇ ਟੈਕਸਾਸ ਦੇ ਗਵਰਨਰ ਗ੍ਰੈਗ ਐਬੋਟ ਨੇ ਅਰੁਣ ਅਗਰਵਾਲ ਨੂੰ ਟੈਕਸਾਸ ਆਰਥਿਕ ਵਿਕਾਸ ਨਿਗਮ ਦੇ ਬੋਰਡ ਆਫ ਡਾਇਰੈਕਟਰਜ਼ ਲਈ ਨਾਮਜ਼ਦ ਕੀਤਾ ਹੈ। ਅਗਰਵਾਲ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਨੇ ਅਤੇ ਵਰਤਮਾਨ ਵਿੱਚ ਡਲਾਸ ਸਥਿਤ ਕੱਪੜਿਆਂ ਦੀ ਕੰਪਨੀ ਨੈਕਸਟ ਦਾ ਮੁੱਖ ਕਾਰਜਕਾਰੀ ਅਧਿਕਾਰੀ ਨੇ। ਉਹ ਚੈਰੀਟੇਬਲ ਕੰਮ ਵੀ ਕਰਦੇ ਨੇ। ਰਾਜਪਾਲ ਨੇ ਅਗਰਵਾਲ ਸਮੇਤ ਟੈਕਸਾਸ ਦੇ 8 ਹੋਰ ਕਾਰੋਬਾਰੀਆਂ ਨੂੰ ਰਾਜ ਨੂੰ ਰਾਸ਼ਟਰੀ ਅਤੇ ਵਿਸ਼ਵ ਪੱਧਰ ਤੇ ਮਾਨਤਾ ਹਾਸਲ ਕਰਨ ਅਤੇ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕਰਨ ਲਈ ਨਾਮਜ਼ਦ ਕੀਤਾ। ਐਬੋਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਟੈਕਸਾਸ ਨੂੰ ਇੱਕ ਪ੍ਰਮੁੱਖ ਵਪਾਰਕ ਕੇਂਦਰ ਵਜੋਂ ਉਤਸ਼ਾਹਿਤ ਕਰਨ ਵਿੱਚ ਤੇ ਇਸ ਨੂੰ ਸਫਲ ਬਣਾਉਣ ਵਿੱਚ ਉਹਨਾਂ ਦੇ ਯਤਨ ਮਹੱਤਵਪੂਰਨ ਹੋਣਗੇ। ਕੱਪੜਿਆਂ ਤੋਂ ਇਲਾਵਾ ਅਗਰਵਾਲ ਕਪਾਹ ਤੇ ਕਾਰੋਬਾਰ ਅਤੇ ਰੀਅਲ ਅਸਟੇਟ ਵਿੱਚ ਵੀ ਦਿਲਚਸਪੀ ਰੱਖਦੇ ਨੇ। ਉਹ US ਇੰਡੀਆ ਫਰੈਂਡਸ਼ਿਪ ਕੌਂਸਲ ਦੇ ਬੋਰਡ, UT ਡਲਾਸ ਦੇ ਕਾਰਜਕਾਰੀ ਬੋਰਡ, ਰਿਸਰਚ ਪਾਰਕ ਵਿਖੇ ਟੈਕਸਾਸ ਟੈਕ ਇਨੋਵੇਸ਼ਨ ਹੱਬ ਅਤੇ ਹੋਰ ਸੰਸਥਾਵਾਂ ਦੇ ਮੈਂਬਰ ਵੀ ਨੇ। ਉਹ ਚੇਤਨਾ ਨਾਂ ਦੀ ਗੈਰ ਲਾਭਕਾਰੀ ਸੰਸਥਾ ਲਈ ਵਲੰਟੀਅਰ ਵੀ ਨੇ। ਇਹ ਸੰਸਥਾ ਘਰੇਲੂ ਹਿੰਸਾ ਤੋਂ ਪੀੜਤ ਲੋਕਾਂ ਲਈ ਕੰਮ ਕਰਦੀ ਹੈ। ਅਗਰਵਾਲ ਨੇ ਗਾਜ਼ੀਆਬਾਦ ਸਥਿਤ IMT ਤੋਂ MBA, ਦੱਖਣੀ ਨਿਊ ਹੈਂਪਸ਼ਾਇਰ ਯੂਨੀਵਰਸਿਟੀ ਤੋਂ ਕੰਪਿਊਟਰ ਸੂਚਨਾ ਪ੍ਰਣਾਲੀ ਵਿੱਚ ਮਾਸਟਰਜ਼ ਅਤੇ ਹਾਰਵਰਡ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਵਪਾਰ ਵਿੱਚ ਇੱਕ ਸਰਟੀਫਿਕੇਟ ਪ੍ਰਾਪਤ ਕੀਤਾ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜ਼ੈਕ ਸੁਲੀਵਾਨ ਨੇ ਬੁੱਧਵਾਰ ਨੂੰ ਕਿਹਾ ਕਿ ਖੁਰਾਕ ਸੁਰੱਖਿਆ ਤੇ ਖੇਤੀ ਤਕਨੀਕ ਦੀ ਦਿਸ਼ਾ 'ਚ ਕਈ ਅਹਿਮ ਐਲਾਨ ਹੋਣਗੇ। ਉਹਨਾਂ ਨੇ ਕਿਹਾ ਕਿ ਇਸ ਪਲੇਟਫਾਰਮ ਤੋਂ ਚਾਰੇ ਦੇਸ਼ ਦੁਨੀਆ ਨੂੰ ਦਰਪੇਸ਼ ਫੌਰੀ ਸੰਕਟ ਤੇ ਮਿਲ ਕੇ ਕੰਮ ਕਰਨਗੇ। ਇਹ ਪੁੱਛੇ ਜਾਣ ਤੇ ਕਿ ਅਮਰੀਕਾ I2U2 ਵਰਗੇ ਗੱਠਜੋੜ ਵਿੱਚ ਭਾਰਤ ਨੂੰ ਸ਼ਾਮਲ ਕਰਕੇ ਕੀ ਦੇਖ ਰਿਹਾ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਭਾਰਤ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਭਾਰਤ ਇੰਡੋ ਪੈਸੀਫਿਕ ਖੇਤਰ ਦੇ ਸਭ ਤੋਂ ਵੱਡੇ, ਸਭ ਤੋਂ ਮਹੱਤਵਪੂਰਨ ਅਤੇ ਰਣਨੀਤਿਕ ਤੌਰ ਤੇ ਮਹੱਤਵਪੂਰਨ ਦੇਸ਼ਾਂ ਵਿੱਚੋਂ ਇੱਕ ਹੈ। ਇਸ ਲਈ ਭਾਰਤ ਨੂੰ ਸਾਡੀ ਰਣਨੀਤੀ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਵਿੱਚ ਕੁਆਡਸ ਸ਼ਾਮਲ ਨੇ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਮੰਨਿਆ ਕਿ ਭਾਰਤ ਦੇ ਖਾੜੀ ਦੇਸ਼ਾਂ ਅਤੇ ਮੱਧ ਪੂਰਬ ਦੇ ਇਜ਼ਰਾਈਲ ਨਾਲ ਲੰਬੇ ਸਮੇਂ ਤੋਂ ਬਹੁਤ ਚੰਗੇ ਸੰਬੰਧ ਰਹੇ ਨੇ। ਜਿਸ ਤਰ੍ਹਾਂ ਅਮਰੀਕਾ ਇਜ਼ਰਾਈਲ ਨੂੰ ਇਸ ਖਿੱਤੇ ਵਿੱਚ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦਾ ਹੈ, ਉਸੇ ਤਰ੍ਹਾਂ ਭਾਰਤ ਵੀ ਆਪਣੀ ਭੂਮਿਕਾ ਨਿਭਾ ਸਕਦਾ ਹੈ। ਭਾਰਤ, ਇਜ਼ਰਾਈਲ, UAE ਅਤੇ ਅਮਰੀਕਾ ਨੂੰ ਨਾਲ ਲਿਆ ਕੇ ਵਧੇਰੇ ਅਨਾਜ ਪੈਦਾ ਕੀਤਾ ਜਾ ਸਕਦਾ ਹੈ। ਇਸ ਨਾਲ ਭੋਜਨ ਸੁਰੱਖਿਆ ਦੀ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਮਦਦ ਮਿਲੇਗੀ। ਉਹਨਾਂ ਨੇ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਟੈਕਨੋਲੋਜੀ ਅਤੇ ਉੱਦਮਤਾ ਦੇ ਕੇਂਦਰ ਵਜੋਂ ਕੰਮ ਕਰਨਗੇ। ਅਮਰੀਕਾ ਵਿੱਚ ਇੱਕ ਪਾਸੇ ਜਿੱਥੇ ਕੋਵਿਡ-19 ਦਾ ਕਹਿਰ ਜਾਰੀ ਹੈ, ਉੱਥੇ ਮੰਕੀ ਪੌਕਸ ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ। US ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ
ਸੰਯੁਕਤ ਰਾਜ ਅਮਰੀਕਾ ਵਿੱਚ ਬੁੱਧਵਾਰ ਤੱਕ 43 ਰਾਜਾਂ ਵਿੱਚ ਮੰਕੀ ਪੌਕਸ ਦੇ 1000 ਤੋਂ ਵੱਧ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਨੇ। CDC ਦੇ ਅੰਕੜਿਆਂ ਨੇ ਦੱਸਿਆ ਕਿ 161 ਦੇ ਨਾਲ ਕੈਲੀਫੋਰਨੀਆ ਵਿੱਚ ਸਭ ਤੋਂ ਵੱਧ ਕੇਸ ਸਨ। ਉਸ ਤੋਂ ਬਾਅਦ US ਵਿੱਚ 159 ਅਤੇ ਇਲੀਨੋਇਸ ਵਿੱਚ 152 ਕੇਸ ਸਨ। ਦੱਖਣੀ ਕੈਰੋਲੀਨਾ ਦੇ ਬਰਖਾਸਤ ਕੀਤੇ ਗਏ ਅਟਾਰਨੀ ਰਿਚਰਡ ਅਲੈਕਸ ਮੁਰਡੌਗ ਵਿਰੁੱਧ ਆਪਣੀ ਪਤਨੀ ਦੇ ਪੁੱਤਰ ਦੇ ਦੋਹਰੇ ਕਤਲ ਦੇ ਮਾਮਲੇ ਵਿੱਚ ਦੋਸ਼ ਆਇਦ ਕੀਤੇ ਗਏ ਨੇ। ਇਹ ਜਾਣਕਾਰੀ ਰਾਜ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਦਿੱਤੀ ਹੈ। ਸਾਬਕਾ ਅਟਾਰਨੀ ਮੁਰਡੌਗ, ਜਿਸ ਦਾ ਪਰਿਵਾਰ ਛੋਟੀ ਹੈਮਪਟਨ ਕਾਉਂਟੀ ਦੀ ਨਿਆਂ ਪ੍ਰਣਾਲੀ ਵਿੱਚ ਤਕਰੀਬ 1 ਸਦੀ ਤੱਕ ਛਾਇਆ ਰਿਹਾ, ਪਹਿਲਾਂ ਹੀ ਜੇਲ੍ਹ ਵਿੱਚ ਹੈ ਤੇ ਉਸ ਨੂੰ ਅਨੇਕਾਂ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਮਹੀਨੇ ਜੂਨ ਵਿੱਚ ਉਸ ਦੀ ਪਤਨੀ 52 ਸਾਲਾ ਮੈਗੀ ਤੇ 22 ਸਾਲਾ ਪੁੱਤਰ ਪਾਲ ਮੁਰਡੌਗ ਦੀ ਹੱਤਿਆ ਕਰ ਦਿੱਤੀ ਗਈ। ਕੋਲੈਟਨ ਕਾਉਂਟੀ ਗ੍ਰੈਂਡ ਜਿਊਰੀ ਸਾਹਮਣੇ ਉਸ ਵਿਰੁੱਧ ਦੋਹਰੇ ਕਤਲ ਤੇ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਨੇ। ਜੇਕਰ ਇਹ ਦੋਸ਼ ਸਹੀ ਸਾਬਤ ਹੋ ਜਾਂਦੇ ਨੇ ਤਾਂ ਉਸ ਨੂੰ ਬਿਨਾਂ ਜ਼ਮਾਨਤ ਦੇ 30 ਸਾਲ ਜੇਲ੍ਹ ਵਿੱਚ ਕੱਟਣੇ ਪੈਣਗੇ। ਰਾਜ ਦੇ ਕਾਨੂੰਨ ਤਹਿਤ ਇਸਤਾਗਾਸਾ ਪੱਖ ਉਸ ਨੂੰ ਮੌਤ ਦੀ ਸਜ਼ਾ ਦੇਣ ਦੀ ਵੀ ਮੰਗ ਕਰਦੇ ਨੇ, ਕਿਉਂਕਿ ਰਾਜ ਦਾ ਕਾਨੂੰਨ ਇੱਕ ਤੋਂ ਵੱਧ ਹੱਤਿਆਵਾਂ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਆਗਿਆ ਦਿੰਦਾ ਹੈ। ਮੁਰਡੌਗ ਦੇ ਵਕੀਲਾਂ ਨੇ ਕਿਹਾ ਹੈ ਕਿ ਨਿਰਦੋਸ਼ ਨੇ ਤੇ ਦੱਸਿਆ ਹੈ ਕਿ ਇਹ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਜਲਦਬਾਜ਼ੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੁਰਡੌਗ ਦਾ ਇਹਨਾਂ ਕਾਤਲਾਂ ਪਿੱਛੇ ਕੋਈ ਮਕਸਦ ਨਜ਼ਰ ਨਹੀਂ ਆਉਂਦਾ। ਫਲੋਰੀਡਾ ਦੀ ਇੱਕ ਔਰਤ ਵਿਰੁੱਧ ਏਸ਼ੀਆਈ ਮੂਲ ਦੀ ਔਰਤ ਉੱਪਰ ਮਿਰਚਾਂ ਦੀ ਸਪਰੇਅ ਕਰਨ ਤੇ ਉਹਨਾਂ ਵਿਰੁੱਧ ਜਾਤੀ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਨਫ਼ਰਤੀ ਅਪਰਾਧ ਤਹਿਤ ਮੁਕੱਦਮਾ ਚੱਲੇਗਾ। ਉਸ ਵਿਰੁੱਧ ਨਫ਼ਰਤੀ ਅਪਰਾਧ ਦੇ 12 ਦੋਸ਼ ਲਗਾਏ ਗਏ। ਇਹ ਜਾਣਕਾਰੀ ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਦਿੱਤੀ ਹੈ। ਡਿਸਟ੍ਰਿਕਟ ਅਟਾਰਨੀ ਆਲਵਿਨ ਬ੍ਰਾਗ ਨੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ 47 ਸਾਲਾ ਮੈਡਲਾਈਨ ਬਾਰਕਰ ਵਿਰੁੱਧ ਹਮਲਾ ਕਰਨ ਤੇ ਭੜਕਾਊ ਟਿੱਪਣੀਆਂ ਕਰਨ ਦੇ ਦੋਸ਼ ਆਇਦ ਕੀਤੇ ਗਏ। ਬ੍ਰਾਗ ਨੇ ਕਿਹਾ ਕਿ ਬਾਰਕਰ ਵੱਲੋਂ ਏਸ਼ੀਅਨ ਔਰਤਾਂ ਨੂੰ ਕਹੇ ਗਏ ਸ਼ਬਦ ਗੋ ਬੈਕ ਟੂ ਯੂਅਰ ਕੰਟਰੀ ਬਹੁਤ ਹੀ ਮਾਨਸਿਕ ਦੁੱਖ ਦੇਣ ਵਾਲੇ ਨੇ। ਇਸ ਤੋਂ ਇਲਾਵਾ ਉਸਨੇ ਮਿਰਚਾਂ ਦੀ ਸਪਰੇਅ ਕਰਕੇ ਸਰੀਰਕ ਨੁਕਸਾਨ ਪਹੁੰਚਾਇਆ। ਇਸ ਸਮੇਂ ਵਾਕਰ ਨਿਊਯਾਰਕ ਪੁਲਿਸ ਦੀ ਹਿਰਾਸਤ ਵਿੱਚ ਹੈ। ਇਸਤਾਗਾਸਾ ਪੱਖ ਅਨੁਸਾਰ ਵਾਕਰ ਨੇ 4 ਏਸ਼ੀਅਨ ਔਰਤਾਂ ਉੱਪਰ ਹਮਲਾ ਕੀਤਾ, ਉਹਨਾਂ ਤੇ ਮਿਰਚਾਂ ਦੀ ਸਪਰੇਅ ਕੀਤੀ ਤੇ ਕਥਿਤ ਤੌਰ ਤੇ ਏਸ਼ੀਅਨਜ਼ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ। ਇਹ ਘਟਨਾ ਨਿਊਯਾਰਕ ਦੇ ਮੈਨਹਟਨ ਸਟਰੀਟ ਤੇ ਪਿਛਲੇ ਮਹੀਨੇ 11 ਜੂਨ ਨੂੰ ਵਾਪਰੀ ਸੀ। ਅਫਗਾਨਿਸਤਾਨ ਤੋਂ 21 ਸਿੱਖਾਂ ਦਾ ਜਥਾ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚਾ। ਇਸ ਜਥੇ ਨੂੰ ਲਿਆਉਣ ਦੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ। ਦਹਿਸ਼ਤਗਰਦਾਂ ਵੱਲੋਂ ਜਦੋਂ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੁਰੱਖਿਅਤ ਲਿਆਉਣ ਵਾਲਾ ਰਜਿੰਦਰ ਸਿੰਘ ਵੀ ਇਸ ਜਥੇ ਵਿੱਚ ਸ਼ਾਮਲ ਹੈ। ਉਸਨੇ ਬਾਅਦ ਵਿੱਚ ਪਵਿੱਤਰ ਬੀੜ ਦਾ ਪ੍ਰਕਾਸ਼ ਆਪਣੇ ਘਰ ਵਿੱਚ ਕੀਤਾ ਸੀ। ਇਸ ਜਥੇ ਨੂੰ ਲੈਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਬਰ ਹਵਾਈ ਅੱਡੇ ਪੁੱਜੇ ਹੋਏ ਸਨ। ਉਹਨਾਂ ਨੇ ਦੱਸਿਆ ਕਿ ਸਵੇਰੇ 10:30 ਵਜੇ ਕਾਬੁਲ ਤੋਂ ਉਡਾਣ ਭਰਨ ਵਾਲਾ ਜਹਾਜ਼ 11:50 ਤੇ ਦਿੱਲੀ ਹਵਾਈ ਅੱਡੇ ਉਤਰਿਆ। ਯਾਤਰੀਆਂ ਦੀ ਪਹਿਲਾਂ ਕੋਵਿਡ-19 ਦੀ ਜਾਂਚ ਕੀਤੀ ਗਈ, ਪੋਲੀਓ ਟੀਕੇ ਵੀ ਲਗਾਏ ਗਏ। ਇਸ ਤਰ੍ਹਾਂ ਬਾਅਦ ਦੁਪਹਿਰ ਕਰੀਬ 2:30 ਵਜੇ ਇਹ ਜਥਾ ਹਵਾਈ ਅੱਡੇ ਤੋਂ ਬਾਹਰ ਨਿਕਲਿਆ। ਮਾਈਕਰੋ ਬਲੌਗਿੰਗ ਤੇ ਸੋਸ਼ਲ ਨੈਟਵਰਕਿੰਗ ਸਾਈਟ ਟਵਿੱਟਰ ਦੀਆਂ ਸੇਵਾਵਾਂ ਠੱਪ ਹੋਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਉਪਭੋਗਤਾਵਾਂ ਨੇ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਕਿ ਉਹਨਾਂ ਨੂੰ ਟਵੀਟ ਕਰਨ ਜਾਂ ਦੇਖਣ ਵਿੱਚ ਮੁਸ਼ਕਿਲ ਆ ਰਹੀ ਹੈ। ਕੁਝ ਉਪਭੋਗਤਾਵਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਖਾਤਾ ਆਪਣੇ ਆਪ ਲੌਗ ਆਊਟ ਹੋ ਰਿਹਾ। ਸੋਸ਼ਲ ਮੀਡੀਆ ਤੇ ਵੀ ਟਵਿੱਟਰ ਡਾਊਨ ਟ੍ਰੈਂਡ ਕਰਨ ਲੱਗਾ। ਇਸ ਤੋਂ ਪਹਿਲਾਂ ਵੀ ਫਰਵਰੀ 2022 ਵਿੱਚ ਟਵਿੱਟਰ ਦੀਆਂ ਸੇਵਾਵਾਂ ਇੱਕ ਹਫ਼ਤੇ ਵਿੱਚ 2 ਵਾਰ ਠੱਪ ਹੋਈਆਂ ਸਨ। ਬੀਤੇ ਦਿਨ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇੱਕ ਦੁਖਦਾਈ ਖਬਰ ਸਾਹਮਣੇ ਆਈ, ਜਿਸ ਵਿੱਚ ਭਾਰਤ ਦੇ ਕੇਰਲਾ ਸੂਬੇ ਦੇ ਨਾਲ 3 ਨੌਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ਓਡੀ ਪਹਿਚਾਣ ਜ਼ੀਓ ਪਾਇਲੀ, ਕੈਵਨ ਸਾਜੀ ਅਤੇ ਲਿਓ ਦੇ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇੱਕ ਕਿਸ਼ਤੀ ਦੁਰਘਟਨਾ ਵਿੱਚ ਇਹ 3 ਕੇਰਲਾ ਦੇ ਵਾਸੀ ਇੱਕ ਪਾਣੀ ਨਾਲ ਡੂੰਗੀ ਖਾਈ ਵਿੱਚੋਂ ਇਹਨਾਂ ਦੀਆਂ ਮ੍ਰਿਤਕ ਲਾਸ਼ਾਂ ਬਰਾਮਦ ਹੋਈਆਂ, ਜੋ ਬੀਤੇ ਦਿਨ ਇੱਕ ਵੀਕਐਂਡ ਤੇ ਖੁਸ਼ੀ-ਖੁਸ਼ੀ ਮਨੋਰੰਜਨ ਯਾਤਰਾ ਤੇ ਗਏ ਸਨ। ਇਸ ਦੌਰਾਨ ਇਹ ਹਾਦਸਾ ਇੱਕ ਆਪਣੇ ਹਮਵਤਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਇਹ 3 ਨੌਜਵਾਨ ਮਾਰੇ ਗਏ। ਮਰਨ ਵਾਲਿਆਂ ਵਿੱਚ 2 ਵਿਅਕਤੀ ਸ਼ਾਮਲ ਨੇ ਜੋ एर्नाकुलम ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਇੱਕ ਨੌਜਵਾਨ ਨੇੜਲੇ ਤ੍ਰਿਸ਼ੂਰ ਜ਼ਿਲ੍ਹੇ ਦਾ ਸੀ। ਮਰਨ ਵਾਲਿਆਂ ਦੇ ਨਾਂ ਲਿਓ ਮਾਵੇਲੀ, ਜ਼ੀਓ ਪਾਇਲੀ ਅਤੇ ਕੈਵਨ ਸਾਜੀ ਸਾਲ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਦਾ ਪਲਾਂਟ ਲੱਗੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਐਲਾਨ ਕਰਦਿਆਂ ਦੱਸਿਆ ਕਿ ਫੈਡਰਲ ਤੇ ਓਨਟਾਰੀਓ ਸਰਕਾਰ ਨੇ ਵਿਸ਼ਵ ਪੱਧਰ ਦੀ ਇੱਕ ਕੰਪਨੀ ਨਾਲ ਸੰਧੀ ਕੀਤੀ ਹੈ ਜੋ 1 ਸਾਲ ਵਿੱਚ 1 ਮਿਲੀਅਨ ਤੋਂ ਵੱਧ ਇਲੈਕਟ੍ਰਿਕ ਵਾਹਨਾਂ ਲਈ ਮੈਟੀਰੀਅਲ ਉਪਲਬਧ ਕਰਵਾਏਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿੰਗਸਟਨ ਦੀ ਕੁਇਨਜ਼ ਯੂਨੀਵਰਸਿਟੀ ਪੁੱਜੇ ਹੋਏ ਸਨ, ਜਿੱਥੇ ਉਹਨਾਂ ਨੇ ਕੈਨੇਡਾ ਵਾਸੀਆਂ ਨੂੰ ਇੱਕ ਖੁਸ਼ਖਬਰੀ ਦਿੱਤੀ। ਉਹਨਾਂ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਦੇ ਪਲਾਂਟ ਸੰਬੰਧੀ ਬੈਲਜੀਅਮ ਦੀ ਜ਼ੂਮੀਕੌਰ ਕੰਪਨੀ ਨਾਲ ਸਮਝੌਤਾ ਹੋਇਆ। ਇਸ ਨਾਲ ਨਾ ਕੇਵਲ
ਇਲੈਕਟ੍ਰੋਨਿਕ ਵਾਹਨਾਂ ਦੇ ਪਾਰਟਸ ਦੀ ਸਪਲਾਈ ਸੌਖੀ ਹੋ ਜਾਏਗੀ। ਸਗੋਂ ਇਸ ਪਲਾਂਟ ਰਾਹੀਂ 1000 ਤੋਂ ਵੱਧ ਨੌਕਰੀਆਂ ਵੀ ਪੈਦਾ ਹੋਣਗੀਆਂ, ਜਿਸ ਦਾ ਸਥਾਨਕ ਲੋਕਾਂ ਨੂੰ ਵੱਡਾ ਫਾਇਦਾ ਹੋਏਗਾ। ਸਰੀ ਵਿੱਚ ਲਾਪਤਾ ਹੋਇਆ 86 ਸਾਲਾ ਪੰਜਾਬੀ ਬਜ਼ੁਰਗ ਸਹੀ ਸਲਾਮਤ ਮਿਲ ਗਿਆ। ਗੁਰਮੀਤ ਗਰੇਵਾਲ ਨਾਮ ਦੇ ਬਜ਼ੁਰਗ 13 ਜੁਲਾਈ ਨੂੰ ਸਵੇਰੇ 11 ਵਜੇ ਲਾਪਤਾ ਹੋਏ ਸੀ। ਸ਼ਾਮ ਲਗਭਗ 6:30 ਵਜੇ ਮਿਲ ਗਏ। ਇਸ ਤੇ ਸਰੀ RCMP ਤੇ ਬਜ਼ੁਰਗ ਦੇ ਪਰਿਵਾਰ ਨੇ ਰਾਹਤ ਦਾ ਸਾਹ ਲਿਆ। ਸਰੀ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ 86 ਸਾਲ ਦੇ ਪੰਜਾਬੀ ਬਜ਼ੁਰਗ ਗੁਰਮੀਤ ਗਰੇਵਾਲ ਦੇ ਲਾਪਤਾ ਹੋਣ ਸੰਬੰਧੀ ਰਿਪੋਰਟ ਮਿਲੀ ਸੀ। ਸੋ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬੀ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਕੁਝ ਸਾਵਧਾਨੀਆਂ ਵਰਤਣ। ਸਭ ਤੋਂ ਪਹਿਲਾਂ ਤਾਂ ਉਹ ਆਪਣੇ ਬਜ਼ੁਰਗਾਂ ਨੂੰ ਘਰੋਂ ਇਕੱਲੇ ਨਾ ਭੇਜਣ, ਕਿਉਂਕਿ ਕਈ ਮਾਮਲਿਆਂ ਵਿੱਚ ਇਹ ਸਾਹਮਣੇ ਆਇਆ ਕਿ ਕਈ ਬਜ਼ੁਰਗ ਆਪਣੇ ਘਰੋਂ ਬਾਹਰ ਤਾਂ ਚਲੇ ਜਾਂਦੇ ਨੇ, ਪਰ ਬਾਅਦ ਵਿੱਚ ਉਹਨਾਂ ਨੂੰ ਆਪਣਾ ਘਰ ਲੱਭਣ ਵਿੱਚ ਦਿੱਕਤ ਆਉਂਦੀ ਹੈ। ਕੈਨੇਡਾ ਦੇ ਵਸਾਗਾ ਬੀਚ ਤੋਂ ਕਿਡਨੈਪ ਹੋਈ ਮਹਿਲਾ ਦੇ ਸਾਬਕਾ ਪ੍ਰੇਮੀ ਮੁਹੰਮਦ ਲੀਲੋ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਦਕਿ 3 ਸ਼ੱਕੀਆਂ ਵਿੱਚ ਬਰੈਂਪਟਨ ਦਾ ਹਰਸ਼ਦੀਪ ਬਿੰਨਰ ਅਜੇ ਵੀ ਫਰਾਰ ਹੈ, ਜਿਸ ਦੇ ਕੈਨੇਡਾ ਪੱਧਰੀ ਵਾਰੰਟ ਕੱਢੇ ਗਏ ਸੀ। ਇਸ ਕੇਸ ਵਿੱਚ ਮਿਸੀਸਾਗਾ ਦੇ ਵਾਸੀ ਰਿਆਤ ਸਿੰਘ ਨੂੰ ਤਾਂ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ ਅਲਨਾਜ਼ ਹਜ਼ਤਾ ਮੀਰੀ ਅੱਜ ਤੱਕ ਲਾਪਤਾ ਹੈ ਤੇ ਉਸ ਬਾਰੇ ਕੁਝ ਪਤਾ ਨਹੀਂ ਲੱਗਾ। ਦੱਸ ਦਈਏ ਕਿ 37 ਸਾਲ ਦੀ ਅਲਨਾਜ਼ ਹਜ਼ਤਾ ਮੀਰੀ ਨੂੰ ਬੀਤੀ 12 ਜਨਵਰੀ ਨੂੰ ਵਸਾਗਾ ਬੀਚ ਸਥਿਤ ਉਸ ਦੀ ਰਿਹਾਇਸ਼ ਤੋਂ ਕਥਿਤ ਤੌਰ ਤੇ ਕਿਡਨੈਪ ਕਰ ਲਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 3 ਸ਼ੱਕੀਆਂ ਦੀ ਸ਼ਮੂਲੀਅਤ ਹੋਣ ਦਾ ਸ਼ੱਕ ਪ੍ਰਗਟ ਕੀਤਾ, ਜਿਨ੍ਹਾਂ ਵਿੱਚੋਂ ਮਿਸੀਸਾਗਾ ਦੇ ਵਾਸੀ 23 ਸਾਲਾ ਰਿਆਸਤ ਸਿੰਘ ਨੂੰ ਪੁਲਿਸ ਨੇ ਬੀਤੇ ਅਪ੍ਰੈਲ ਮਹੀਨੇ ਵਿੱਚ ਹੀ ਗ੍ਰਿਫਤਾਰ ਕਰ ਲਿਆ, ਜਦਕਿ ਬਰੈਂਪਟਨ ਦਾ ਵਾਸੀ 23 ਸਾਲਾ ਹਰਸ਼ਦੀਪ ਬਿੰਨਰ ਅਜੇ ਵੀ ਫਰਾਰ ਹੈ। ਪਿਛਲੇ ਕੁਝ ਸਮੇਂ ਵਿੱਚ ਘਰਾਂ ਦੀਆਂ ਵੱਧ ਕੀਮਤਾਂ ਤੇ ਠੱਲ ਪਾਉਣ ਤੇ ਬ੍ਰੋਕਰਾਂ ਨੂੰ ਰੋਕਣ ਲਈ ਕੈਨੇਡਾ ਦੇ ਬੈਂਕਾਂ ਨੇ ਪਿਛਲੇ 2 ਮਹੀਨਿਆਂ 'ਚ ਵਿਆਜ ਦਰਾਂ ਵਿੱਚ ਭਾਰੀ ਵਾਧਾ ਕੀਤਾ, ਜਿਸ ਨਾਲ ਹੁਣ ਆਮ ਕਰਕੇ ਘਰ ਚਲਾਉਣ ਵਾਲੇ ਵਿਅਕਤੀ ਨੂੰ ਘਰ ਖਰੀਦਣਾ ਉਸ ਦੇ ਵੱਸੋਂ ਬਾਹਰ ਹੋ ਗਿਆ। ਕੈਨੇਡਾ ਬੈਂਕਾਂ ਨੇ ਪਿਛਲੇ ਮਹੀਨੇ ਵਿੱਚ 1% ਵਿਆਜ ਦਰ ਨਾਲ ਵਾਧਾ ਕੀਤਾ, ਜਿਸ ਨਾਲ ਬਹੁਤ ਸਾਰੇ ਲੋਕਾਂ ਨੇ ਆਪਣੇ ਬੁੱਕ ਕੀਤੇ ਘਰ ਛੱਡ ਦਿੱਤੇ, ਕਿਉਂਕਿ $1 ਲੱਖ ਮਗਰ $150 ਹੋਰ ਕਿਸ਼ਤਾਂ ਮਹਿੰਗੀਆਂ ਹੋ ਗਈਆਂ ਸਨ। ਯੂਕਰੇਨ ਦੇ ਵਿੰਸਿਆ ਸ਼ਹਿਰ ਵੀਰਵਾਰ ਨੂੰ ਰੂਸ ਦੇ ਮਿਜ਼ਾਈਲ ਹਮਲੇ ਨਾਲ ਕੰਬ ਉੱਠਿਆ। ਇਸ ਹਮਲੇ ਵਿੱਚ 2 ਬੱਚਿਆਂ ਸਣੇ 20 ਲੋਕ ਮਾਰੇ ਗਏ ਤੇ 90 ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਕਰੀਬ 50 ਲੋਕਾਂ ਦੀ ਹਾਲਤ ਗੰਭੀਰ ਹੈ। ਮਿਜ਼ਾਈਲ ਹਮਲੇ ਦੀ ਲਪੇਟ ਵਿੱਚ ਰਿਹਾਇਸ਼ੀ ਇਮਾਰਤਾਂ, ਪ੍ਰਸ਼ਾਸਨਿਕ ਦਫ਼ਤਰ ਅਤੇ ਇੱਕ ਮੈਡੀਕਲ ਸੈਂਟਰ ਆਏ ਨੇ। ਯੂਕਰੇਨੀ ਫੌਜ ਦੇ ਮੁਤਾਬਕ ਕਾਲਾ ਸਾਗਰ ਵਿੱਚ ਮੌਜੂਦ ਰੂਸੀ ਪਣਡੁੱਬੀ ਤੋਂ ਦਾਗੀਆਂ ਗਈਆਂ 3 ਕੈਲੀਬਰ ਮਿਜ਼ਾਈਲਾਂ ਨਾਲ ਇਹ ਤਬਾਹੀ ਹੋਈ। ਹਮਲੇ ਦੇ ਸਮੇਂ ਸਾਹਮਣੇ ਆਏ ਵੀਡੀਓ ਵਿੱਚ ਸ਼ਿਕਾਰ ਹੋਈਆਂ ਇਮਾਰਤਾਂ ਵਿੱਚੋਂ ਸੰਘਣਾ ਕਾਲਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ। ਚੀਖ ਪੁਕਾਰ ਵਾਲੇ ਰਾਹਤ ਮੁਲਾਜ਼ਮ ਲੋਕਾਂ ਨੂੰ ਇਮਾਰਤਾਂ ਵਿੱਚੋਂ ਬਾਹਰ ਕੱਢਦੇ ਦਿਖਾਈ ਦਿੱਤੇ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਇਸ ਨੂੰ ਰੂਸ ਦਾ ਅੱਤਵਾਦੀ ਕਾਰਾ ਕਰਾਰ ਦਿੱਤਾ, ਜਦਕਿ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਇਸ ਨੂੰ ਰੂਸ ਦਾ ਇੱਕ ਹੋਰ ਜੰਗੀ ਅਪਰਾਧ ਦੱਸਿਆ। ਪੂਰਬੀ ਯੂਕਰੇਨ ਦੇ ਡੋਨੇਸਕ ਸੂਬੇ ਵਿੱਚ ਰੂਸੀ ਫੌਜ ਦੇ ਹਮਲੇ ਜਾਰੀ ਨੇ। ਉੱਥੇ ਯੂਕਰੇਨੀ ਫੌਜ ਦੇ ਤਿੱਖੇ ਪ੍ਰਤੀਰੋਧ ਦੇ ਬਾਵਜੂਦ ਰੂਸੀ ਫੌਜ ਦਾ ਅੱਗੇ ਵਧਣਾ ਜਾਰੀ ਹੈ। ਅਨਾਜ ਦੇ ਨਿਰਯਾਤ ਤੇ ਰੂਸ ਅਤੇ ਯੂਕਰੇਨ ਦੇ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਬਰੀਫਿੰਗ ਵਿੱਚ ਕਿਹਾ ਕਿ ਸਮਝੌਤਾ ਯੂਕਰੇਨੀ ਉਤਪਾਦਾਂ ਦੇ ਸੁਰੱਖਿਆ ਨਿਰਯਾਤ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਸ ਸਮਝੌਤੇ ਰਾਹੀਂ ਦੁਨੀਆ ਨੂੰ ਨਵੀਂ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਐਂਟੋਨੀਓ ਗੁਟਰੇਸ ਨੇ ਪੱਤਰਕਾਰਾਂ ਨੂੰ ਕਿਹਾ, ਅੱਜ ਇਸਤਾਂਬੁਲ ਵਿੱਚ ਅਸੀਂ ਕਾਲੇ ਸਾਗਰ ਰਾਹੀਂ ਯੂਕਰੇਨੀ ਭੋਜਨ ਉਤਪਾਦਾਂ ਦੀ ਸੁਰੱਖਿਆ ਨਿਰਯਾਤ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਅੱਗੇ ਵਧਾਇਆ ਹੈ। ਦੁਨੀਆ ਦੇ ਚੌਥੇ ਸਭ ਤੋਂ ਅਮੀਰ ਅਤੇ ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ $20 ਬਿਲੀਅਨ ਦਾਨ ਕਰਨ ਦਾ ਐਲਾਨ ਕੀਤਾ। ਦੱਸ ਦਈਏ ਕਿ ਗੇਟਸ ਨੇ ਕੋਵਿਡ-19 ਮਹਾਮਾਰੀ ਅਤੇ ਹੋਰ ਸਮੱਸਿਆਵਾਂ ਤੋਂ ਪੀੜਤ ਲੋਕਾਂ ਦੀ ਮਦਦ ਲਈ ਆਪਣੀ ਫਾਊਂਡੇਸ਼ਨ ਨੂੰ ਇਹ ਰਕਮ ਦਾਨ ਕਰਨ ਦਾ ਐਲਾਨ ਕੀਤਾ। ਇਸ ਦਾਨ ਨਾਲ ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਕੋਲ ਕਰੀਬ $70 ਬਿਲੀਅਨ ਦਾ ਫੰਡ ਜਮ੍ਹਾਂ ਹੋਇਆ। ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੈਰਿਟੀ ਸੰਸਥਾਵਾਂ ਚੋਂ ਇੱਕ ਹੈ। ਬਰਕਸ਼ਾਇਰ ਹੈਥਵੇ ਦੇ ਮੁਖੀ ਅਤੇ ਅਮਰੀਕਾ ਦੇ ਦਿੱਗਜ ਨਿਵੇਸ਼ਕ ਵਾਰਨ ਬਫੇਟ ਨੇ ਵੀ ਬੀਤੇ ਮਹੀਨੇ ਗੇਟਸ ਫਾਊਂਡੇਸ਼ਨ ਨੂੰ $3.1 ਬਿਲੀਅਨ ਦੇਣ ਦਾ ਐਲਾਨ ਕੀਤਾ ਸੀ। ਗੇਟਸ ਨੇ ਉਮੀਦ ਜਤਾਈ ਹੈ ਕਿ ਹੋਰ ਧਨਾਢ ਲੋਕ ਵੀ ਇਸ ਸੰਬੰਧ ਵਿੱਚ ਚੈਰਿਟੀ ਲਈ ਸ਼ਾਮਲ ਹੋਣਗੇ। ਗੇਟਸ ਫਾਊਂਡੇਸ਼ਨ ਨੇ ਸਾਲ 2026 ਤੱਕ ਆਪਣਾ ਸਾਲਾਨਾ ਬਜਟ 50% ਦਾ ਵਧਾ ਕਰਨ ਦੀ ਯੋਜਨਾ ਬਣਾਈ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।